ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਹੀ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਖਾਲਸਾ ਦੀ ਸਾਜਣਾ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲਾਂ ਜਿਹੜੀ ਸੀ ਇਸ ਦਾ ਪ੍ਰੋਗਰਾਮ ਅਕਾਲ ਪੁਰਖ ਵਾਹਿਗੁਰੂ ਨੇ ਬਣਾ ਦਿੱਤਾ ਸੀ। ਉਸ ਮਾਲਕ ਦਾ ਭੇਦ ਸੰਸਾਰ ਵਿੱਚ ਕਿਸੇ ਨੂੰ ਨਹੀਂ ਲੱਗਿਆ, ਲੇਕਿਨ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਜੋ ਨਿਯਮ ਹੈ ਉਹਦੇ ਅਨੁਸਾਰ ਸਮਾਜ ਨੇ ਕਿਵੇਂ ਸੁਖੀ ਹੋਣਾ ਹੈ। ਜਿਹੜੇ ਵੀ ਮਹਾਪੁਰਸ਼ ਪੂਰੇ ਸੰਸਾਰ ਤੇ ਆਏ ਉਹਨਾਂ ਸਾਰਿਆਂ ਦੀ ਇੱਕੋ ਮਨਸ਼ਾ ਸੀ ਕਿ ਇਹ ਸੰਸਾਰ ਸੁਖੀ ਵਸ ਸਕੇ। ਲੇਕਿਨ ਕੋਈ ਬਹੁਤ ਵੱਡਾ ਕਾਰਜ ਕਰਨਾ ਹੋਏ, ਸਰਬੱਤ ਦੇ ਭਲੇ ਦੀ ਗੱਲ ਕਰਨੀ ਸੀ, ਕਿਸੇ ਇੱਕ ਧਰਮ ਦੀ ਗੱਲ ਨਹੀਂ ਸੀ ਕਰਨੀ, ਕਿਸੇ ਇੱਕ ਦੇਸ਼ ਦੀ ਨਹੀਂ ਸੀ ਕਰਨੀ, ਕਿਸੇ ਇੱਕ ਮਜ਼ਹਬ ਦੀ ਨਹੀਂ ਸੀ ਕਰਨੀ, ਕਿਸੇ ਕੁਝ ਖਾਸ ਖਿੱਤੇ ਦੀ ਨਹੀਂ ਸੀ ਕਰਨੀ, ਸਰਬੱਤ ਦੇ ਭਲੇ ਦੀ ਗੱਲ ਕਰਨੀ ਸੀ। तो इस करके ਉਹਦੇ ਵਾਸਤੇ ਪ੍ਰੋਗਰਾਮ ਵੀ ਅਕਾਲ ਪੁਰਖ ਵਾਹਿਗੁਰੂ ਨੇ ਉਤਨਾ ਹੀ ਵੱਡਾ ਬਣਾਇਆ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਰਵਿਦਾਸ ਜੀ ਮਹਾਰਾਜ, ਕਬੀਰ ਸਾਹਿਬ, ਉਦੋਂ ਤੋਂ ਇਹ ਨੀਂਹ ਰੱਖੀ ਗਈ। ਲੇਕਿਨ ਉਹਨਾਂ ਨੂੰ ਸਮਾਜ ਨੇ ਐਂਟਰਟੇਨ ਨਹੀਂ ਕੀਤਾ, ਕਿਉਂਕਿ ਜੋ ਸਮਾਜ ਦੀ ਵੰਡ ਚੱਲ ਰਹੀ ਸੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ने वो बीड़ा उठाया और जेड़ा वो रूप दिता ਉਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਕਿਹਾ, ਭਾਈ ਤੁਸੀਂ ਬੇਸ਼ੱਕ ਇਹਨਾਂ ਨੂੰ ਨੇੜੇ ਨਾ ਲੱਗਣ ਦੇਵੋ, ਲੇਕਿਨ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਇੱਕੋ ਹੈ। ਇੱਕ ਪਿਤਾ ਏਕਸ ਕੀ ਹਮ ਬਾਲਕ, ਕਿ ਸਾਰੇ ਅਸੀਂ ਉਸਦੇ ਬੱਚੇ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਡੰਕੇ ਦੀ ਚੋਟ ਤੇ ਕਹਿ ਦਿੱਤਾ ਔਰ ਪੂਰੀ ਦੁਨੀਆ ਵਿੱਚ ਇਸ ਗੱਲ ਦੀ ਵੰਡ ਪਾਉਣ ਵਾਲਿਆਂ ਨੂੰ ਚੈਲੰਜ ਕਰ ਦਿੱਤਾ ਕਿ ਭਾਈ ਇਹ ਸਾਰਾ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਅਤੇ ਸਾਰੇ ਅਸੀਂ ਉਸਦੇ ਬੱਚੇ ਹਾਂ। ਇਹ ਧਰਤੀ ਸਾਰਿਆਂ ਦੀ ਸਾਂਝੀ ਹੈ ਔਰ ਜਿਤਨੇ ਸਮੇਂ ਦੇ ਲਈ ਕੋਈ ਇਸ ਸੰਸਾਰ ਤੇ ਇਸ ਧਰਤੀ ਤੇ ਆਇਆ ਹੈ ਉਸ ਨੂੰ ਬਰਾਬਰ ਇਸ ਨੂੰ ਭੋਗ ਕੇ ਜਾਣ ਦਾ, ਬਰਾਬਰ ਖੁਸ਼ੀਆਂ ਖੇੜੇ ਲੈਣ ਦਾ, ਦੁੱਖ ਸੁੱਖ ਵਿੱਚ ਇੱਕ ਸਮਾਨ ਜੀਣ ਦਾ ਜਿਹੜਾ ਉਹ ਬਰਾਬਰ ਹੱਕ ਹੈ। ਤੋ ਇਹ ਨਾਰਾ ਮਾਰਿਆ ਗੁਰੂ ਸਾਹਿਬ ਨੇ ਅਤੇ 10 ਪਾਤਸ਼ਾਹੀਆਂ ਨੇ ਉਸੇ ਲਾਈਨ ਤੇ ਤੁਰੇ। 10ਵੇਂ ਪਾਤਸ਼ਾਹ ਨੇ ਇੱਕ ਜਿਹੜੀ ਨਿਆਰੀ ਗੱਲ ਕਹੀ ਕਿ ਖਾਲਸਾ ਮੇਰੋ ਰੂਪ ਹੈ ਖਾਸ ਅਤੇ ਜਬ ਤੱਕ ਖਾਲਸਾ ਰਹੇ ਨਿਆਰਾ। ਹੁਣ ਨਿਆਰਾਪਨ ਕਿਹੜਾ ਸੀ? ਜਿਸ ਨਿਆਰੇਪਨ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਇੱਕ ਓੰਕਾਰ, 10ਵੇਂ ਪਾਤਸ਼ਾਹ ਨੇ ਉਸੇ ਨੂੰ ਕਿਹਾ, ਉਸੇ ਓੰਕਾਰ ਦਾ ਰੂਪ ਦੇ ਦਿੱਤਾ ਕਿ ਜਿਹੜਾ 10 ਪਾਤਸ਼ਾਹੀਆਂ ਨੂੰ ਮੰਨਣ ਵਾਲਾ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਹੈ। ਔਰ ਉਹ ਵਾਹਿਗੁਰੂ ਜੀ ਕਾ ਖਾਲਸੇ ਦਾ ਕੀ ਮਤਲਬ? ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਓੰਕਾਰ ਕਿਹਾ ਸੀ ਕਿ ਵਾਹਿਗੁਰੂ ਸਾਰਿਆਂ ਦਾ ਇੱਕੋ ਹੈ, ਅਸੀਂ ਸਾਰੇ ਉਸਦੇ ਬੱਚੇ ਹਾਂ। ਹੁਣ ਜਿਹੜੇ ਇਸ ਗੱਲ ਨੂੰ ਫਰਕ ਪਾ ਕੇ ਦੇਖ ਰਹੇ ਨੇ ਸੰਸਾਰ ਵਿੱਚ, ਜਿਨ੍ਹਾਂ ਨੇ ਇਸ ਗੱਲ ਨੂੰ ਵੰਡਿਆ ਹੋਇਆ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, 10ਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦੀ ਉਸ ਗੱਲ ਨੂੰ ਸੰਪੂਰਨ ਕਰਕੇ, ਕਿਉਂਕਿ ਜਿਹੜਾ ਖਾਲਸੇ ਦਾ ਵਿਧੀ ਵਿਧਾਨ ਸੀ, ਖਾਲਸੇ ਦੀ ਸੋਚ ਸੀ, ਉਹ 1430 ਪੰਨਿਆਂ ਵਿੱਚ ਸ਼ਾਮਲ ਹੋ ਚੁੱਕੀ ਸੀ, ਜਿਹੜੀ ਇੱਕ ਓੰਕਾਰ ਵਿੱਚੋਂ ਹੀ ਨਿਕਲੀ ਸੀ। ਔਰ ਇੱਕ ਓੰਕਾਰ ਤੋਂ ਬਿਨਾਂ ਕੋਈ ਖਾਲਸੇ ਦੀ ਗੱਲ ਨਹੀਂ, ਨਾ 10 ਗੁਰੂ ਸਾਹਿਬ ਦੀ ਗੱਲ ਹੈ। ਅਗਰ ਉਸ ਗੱਲ ਨੂੰ ਖੱਬੇ ਸੱਜੇ ਕਰਦੇ ਹਾਂ ਤਾਂ ਇਹ ਸਮਝੋ ਕਿਧਰੇ ਨਾ ਅਸੀਂ ਕਿਧਰੇ ਉਸ ਖਾਲਸੇਪਨ ਤੋਂ, ਨਿਆਰੇਪਨ ਤੋਂ ਭੁੱਲ ਰਹੇ ਹਾਂ। ਜਦ ਤੱਕ ਖਾਲਸਾ ਰਹੇ ਨਿਆਰਾ, ਉਹ ਨਿਆਰਾਪਨ ਕਿਹੜਾ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਦੀ ਮੋਹਰ ਲਗਾਈ ਸੀ, ਗੁਰੂ ਪਾਤਸ਼ਾਹ ਜੀ ਨੇ ਉਹ ਮੋਹਰ ਪੱਕੀ ਕਰ ਦਿੱਤੀ ਕਿ ਇਹ ਖਾਲਸਾ ਵਾਹਿਗੁਰੂ ਦਾ ਹੈ ਔਰ ਵਾਹਿਗੁਰੂ ਸਾਰੇ ਸੰਸਾਰ ਦਾ ਹੈ। ਦੁਨੀਆ ਦੇ ਹਰ ਸਟੇਜ ਤੇ ਜਿੱਥੇ ਸਿੱਖ ਬੋਲਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿਰ ਝੁਕਾਉਣ ਵਾਲਾ ਬੋਲਦਾ ਹੈ,
ਉਹ ਭਾਵੇਂ ਕਿਸੇ ਵਜ੍ਹਾ ਨਾਲ ਸੰਬੰਧਿਤ ਹੋਵੇ, ਲਗਭਗ ਉਹ ਪਹਿਲਾ ਗੱਲ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तो उसका मेन मकसद उसमें पता होवे या ना होवे, सानू पता होवे या ना होवे, लेकिन 10वें पातशाह जी ने ते मोहर लाई सी कि वाहिगुरू सारियां दे कह और एक जगह खालसा बने। इसने दसना पूरी दुनिया का जदों खालसा वाहिगुरू दे जेड़ा अपने मुंह तो वाहिगुरू की फतेह बुलांदा है, वाहिगुरू जी का खालसा कहंदा है, उसनू ये समझना चाहिए मैं किसी एक देश का किसी एक कौम का इस खिते का नहीं हाँ, मैं पूरी दुनिया का साझा हाँ। जिस तरह मेरा गुरु पूरी दुनिया का साझा सी, गुरु ग्रंथ साहब पूरी दुनिया की गल करते ने, तो फिर वाहिगुरू का खालसा वाहिगुरू सारी संसार का है, तो उसका खालसा उसका बच्चा एक पिता का बच्चा एक दा किवें हो सकता है, जिसका पिता है बच्चा भी उसी तरह का होगा। जो खालसा वाहिगुरू दे किसी एक देश का, किसी एक कौम का, किसी एक जथेबंदी का, किसी एक वंडी का, किसी मिशनरी का, किसी टकसाली का, किसी होर जेडे वंड पाने वाले का नहीं हो सकता, क्योंकि खालसे का मतलब है वाहिगुरू का है और वाहिगुरू सारे का बराबर है। जेड़ा ने थोड़ा जिहा भी फर्क पाना है ये समझो उस सिद्धांत नूं ढा ला रहा है। तो इस करके जब तक खालसा रहे न्यारा, न्यारापन ही ये सी कि भाई तू जिथे भी बैठा है, नानकसर विच बैठा है, टकसाल विच बैठा है, मिशनरियां च बैठा है, तेनू ये पता होना चाहिए कि पहला मैं खालसा हाँ, पहला सारे संसार का हाँ, किधरे मैं ही वंडियां पान तो नहीं तुरया होया। जे किधरे मैं ही वंडियां पान तुरया होया तो फिर अजे तुसी ये समझ लेना कि मैं किधरे ना किधरे अपने गुरु के नाल, उन्हां शहीदां दे नाल अते उन्हां 35 महापुरुषां दे नाल जिन्हां ने इतनी तपस्या तो बाद जेड़ा है ये सारे संसार वास्ते जुगो जुग अटल सतगुर दिता, जिस दे अगे शीश चुकाया। दसम पातशाह ने उन्हां दा शीश दुनिया विच परमात्मा को वाहिगुरू को अगे किसी होर दे अगे नहीं चुक सकता। अगर 10वें पातशाह ने शीश चुकाया है तो इसका मतलब है कि सारे गुरु ग्रंथ साहिब जी महाराज सारे संसार के सांझे रहबर हन, इको ही रहबर हन और दुनिया का हर धर्म का बंदा मनता है। जिस दिन दुनिया को समझ आएगी सारी दुनिया का एक गुरु होएगा, वो होंगे साहिब श्री गुरु ग्रंथ साहिब जी महाराज। यही गुरु का खालसा न्यारा है। होइयां भुलां चुकां दी क्षमा आप सब नूं फिर बहुत बहुत मुबारकां कि आप खालसे का पर्व मना रहे हो। इत्थे दी कमेटी नूं बहुत सारियां संगतां नूं, सैकटरी साहब नूं बहुत बहुत धन्यवाद जो समा दे के निवाजिया। होइयां भुलां चुकां दी क्षमा जी बख्श लेना। वाहिगुरू जी का खालसा वाहिगुरू जी की फतेह।